Hello everyone, I'm again back with my another video related to the MCQs in IELTS reading tests. So today also I have another academic reading passage from one of the Cambridge books, and the title of the passage is An Introduction to Film Sound. Okay, so these are the questions 14 to 18. So without wasting time, let's get started. So I have a similar to the past video. In this video also I have attached the paragraph with a question. Okay, so let's read the question first. As I have told you that and the first keyword is it's in the first paragraph, and the writer makes a point that मतलब ਇਹ 'ਚ ਆਪਾਂ ਲੱਭਣਾ ਵੀ writer ਨੇ paragraph ਪਹਿਲੇ paragraph 'ਚ ਕੀ point ਦਿੱਤਾ. Okay, yeah, okay, let's read. So ਇੱਥੇ writer ਇਹ ਕਹਿ ਰਿਹਾ ਕਹਿੰਦੇ though we might think of a film, ਕਹਿੰਦੇ ਭਾਵੇਂ ਆਪਾਂ ਨੂੰ ਲੱਗਦਾ ਵੀ ਜਿਹੜੀ ਇੱਕ ਫਿਲਮ ਹੈ ਨਾ ਉਹ ਕੀ ਹੁੰਦਾ ਬਸ ਇੱਕ ਸਿਰਫ ਵਿਜ਼ੂਅਲ ਐਕਸਪੀਰੀਅੰਸ ਹੈ ਨਾ ਵੀ ਮਤਲਬ ਆਪਾਂ ਦੇਖਣ ਜਾਂਦੇ ਆ ਦੇਖ ਕੇ ਆ ਜਾਂਦੇ ਹੈ ਨਾ ਸੋ ਜਦੋਂ ਹੁਣ ਇੱਦਾਂ ਦਾ ਕੁਐਸਚਨ ਯੂਜ਼ ਇੱਦਾਂ ਦਾ ਸੈਂਟੈਂਸ ਸਟਰਕਚਰ ਯੂਜ਼ ਹੋਣਾ ਦੋ ਤਾਂ ਜਿਹੜਾ ਕੌਮਾ ਹੈ ਕੌਮਾ ਕਿਹਦਾ ਕੰਮ ਕਰਦਾ ਹੁੰਦਾ ਕੌਮਾ ਕੰਮ ਕਰਦਾ ਬਟ ਦਾ ਠੀਕ ਹੈ ਕਹਿੰਦੇ ਭਾਵੇਂ ਆਪਾਂ ਫਿਲਮ ਨੂੰ ਸਿਰਫ ਕੀ ਸਮਝਦੇ ਇੱਕ ਵਿਜ਼ੂਅਲ ਐਕਸਪੀਰੀਅੰਸ ਹੈ ਬਟ ਆਪਾਂ ਕੀ ਨਹੀਂ ਕਰ ਸਕਦੇ ਆਪਾਂ ਬਿਲਕੁਲ ਵੀ ਅਫੋਰਡ ਨਹੀਂ ਕਰ ਸਕਦੇ ਅੰਡਰ ਐਸਟੀਮੇਟ ਕਰਨਾ ਕਿਹਨੂੰ ਇੰਪੋਰਟੈਂਸ ਆਫ ਫਿਲਮ ਸਾਊਂਡ ਮਤਲਬ ਫਿਲਮ ਦੇ ਵਿੱਚ ਸਾਊਂਡ ਦੀ ਇੰਪੋਰਟੈਂਸ ਨੂੰ ਆਪਾਂ ਬਿਲਕੁਲ ਵੀ ਅੰਡਰ ਐਸਟੀਮੇਟ ਨਹੀਂ ਕਰ ਸਕਦੇ ਠੀਕ ਹੈ ਉਹ ਕਹਿੰਦੇ ਇੱਕ ਜਿਹੜਾ ਬਹੁਤ ਹੀ ਮੀਨਿੰਗਫੁਲ ਸਾਊਂਡ ਟਰੈਕ ਹੁੰਦਾ ਮਤਲਬ ਬੜਾ ਹੀ ਮੀਨਿੰਗਫੁਲ ਗਾਣਾ ਹੈ ਨਾ is often as complicated as the image on the screen ਮਤਲਬ ਜਿੰਨੀ ਮਤਲਬ ਸਕਰੀਨ ਤੇ ਜਿਹੜੀ ਪਿਕਚਰ ਆ ਰਹੀ ਜਿੰਨਾ ਉਹਨੂੰ ਸਮਝਣਾ ਔਖਾ ਉਨਾ ਹੀ ਸਮਝਣਾ ਉਹ ਗਾਣੇ ਨੂੰ ਵੀ ਔਖਾ ਹੁੰਦਾ ਠੀਕ ਹੈ ਤੇ ਇਹ ਕੀ ਹੈ ਤੇ ਅਖੀਰੀ ਇਹ ਕੀ ਹੈ ਇੱਕ ਤਰ੍ਹਾਂ ਦੀ ਇੱਕ ਰਿਸਪੌਂਸਿਬਿਲਿਟੀ ਹੈ ਕਿਹਦੀ ਡਾਇਰੈਕਟਰ ਦੀ ਠੀਕ ਹੈ ਤੇ ਜਿਹੜਾ ਸਾਰੇ ਦਾ ਸਾਰਾ ਜਿਹੜਾ ਟੋਟਲ ਜਿਹੜਾ ਸਾਰਾ ਗਾਣਾ ਹੁੰਦਾ ਹੈ ਉਹਦੇ ਵਿੱਚ ਕੀ ਹੈ ਤਿੰਨ ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਕਿਹੜੀਆਂ ਹੁੰਦੀਆਂ ਇੱਕ ਤਾਂ ਗਾਣੇ ਦੇ ਵਿੱਚ ਆਬਵੀਅਸਲੀ ਸਿੰਗਰ ਦੀ ਆਵਾਜ਼ ਹੋਏਗੀ ਦੂਸਰਾ ਸਾਊਂਡ ਇਫੈਕਟਸ ਹੋਊਗਾ ਤੇ ਮਿਊਜ਼ਿਕ ਠੀਕ ਹੈ ਇਹ ਤਿੰਨ ਚੀਜ਼ਾਂ ਹੁੰਦੀਆਂ ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇ ਨਾ ਇਹਨਾਂ ਨੂੰ ਇਸ ਤਰੀਕੇ 'ਚ ਮਿਕਸ ਕੀਤਾ ਜਾਂਦਾ ਜਾਂ ਬੈਲੈਂਸ ਕੀਤਾ ਜਾਂਦਾ ਵੀ ਤਾਂ ਜੋ ਆਪਾਂ ਮਤਲਬ ਉਹ ਗਾਣਾ ਢੁਕਵਾਂ ਲੱਗੇ ਦੇਖੋ ਨੈਸੈਸਰੀ ਐਮਫੈਸਿਸ ਲਿਖਿਆ ਨਾ ਮਤਲਬ ਉਹ ਇੰਨਾ ਢੁਕਵਾਂ ਬਣ ਜੇ ਜੋ ਪਿਕਚਰ ਚੱਲਦੀ ਪਈ ਹੈ ਠੀਕ ਹੈ ਤੇ ਆਪਾਂ ਨੂੰ ਜੋ ਚਾਹੁੰਦੇ ਆ ਉੱਦਾਂ ਦੇ ਇਫੈਕਟ ਹੋਣ ਮਤਲਬ ਸੁਣਨ ਵਾਲੇ ਨੂੰ ਠੀਕ ਹੈ ਉੱਦਾਂ ਹੀ ਫੀਲ ਹੋਵੇ ਯਾਰ ਹਾਂ ਵੀ ਪਿਕਚਰ ਜੋ ਚੱਲਦੀ ਪਈ ਸੀ ਸਕਰੀਨ ਤੇ ਉਹਦੇ ਨਾਲ ਗਾਣਾ ਕਿੰਨਾ ਢੁਕਦਾ ਪਿਆ ਠੀਕ ਹੈ ਤੇ ਉਹ ਤੇ ਬਹੁਤ ਮਤਲਬ ਉਹਦੇ ਉਹੀ ਇਫੈਕਟ ਹੋਣ ਠੀਕ ਹੈ topics ਜਿਹੜੇ ਹੈਗੇ which essentially refer to the three previously mentioned tracks are discussed below ਠੀਕ ਹੈ ਮਤਲਬ ਜਿਹੜੇ topics ਜਿਹੜੇ ਪਿਛਲੇ previously mentioned tracks ਸੀਗੇ ਉਹ ਕਿਹੜੇ ਸੀ dialogue synchronous asynchronous sound effect and music okay so let's read the options so ਪਹਿਲਾ option ਹੈ ਬੱਚਾ ਆਪਣਾ the director should plan the soundtrack at an early stage of film ਠੀਕ ਹੈ ਡਾਇਰੈਕਟਰ ਦੀ ਗੱਲ ਆਈ ਹੈ ਠੀਕ ਹੈ ਸਾਊਂਡ ਟਰੈਕ ਨੂੰ ਪਲਾਨ ਕਰਨ ਦੀ ਗੱਲ ਉਹਨਾਂ ਨੇ ਕਿਹਾ ਸੀ ਵੀ ਇੱਕ ਮੀਨਿੰਗਫੁਲ ਜਿਹੜਾ ਸਾਊਂਡ ਟਰੈਕ ਹੈ ਉਹ ਵੀ ਉਨਾ ਹੀ ਕੰਪਲਿਕੇਟ ਹੁੰਦਾ ਜਿੰਨਾ ਸਕਰੀਨ ਤੇ ਇਮੇਜ ਕੰਪਲਿਕੇਟ ਹੁੰਦੀ ਹੈ ਬਟ ਇੱਥੇ ਇਹ ਨਹੀਂ ਕਿਤੇ ਵੀ ਲਿਖਿਆ ਵੀ ਡਾਇਰੈਕਟਰ ਨੂੰ ਜਿਹੜਾ ਸਾਊਂਡ ਟਰੈਕ ਹੈ ਉਹ ਅੱਛਾ ਇੱਕ ਤਾਂ ਅਰਲੀ ਸਟੇਜ ਇਨ ਦਾ ਫਿਲਮ ਇਹਦੇ ਬਾਰੇ ਕੋਈ ਜ਼ਿਕਰ ਨਹੀਂ ਹੋਇਆ ਪੈਰਾਗ੍ਰਾਫ 'ਚ ਤੇ ਡਾਇਰੈਕਟਰ ਜਿਹੜਾ ਹੈਗਾ ਉਹ ਸਾਊਂਡ ਟਰੈਕ ਤਾਂ ਨਹੀਂ ਪਲਾਨ ਕਰਦਾ ਨਹੀਂ ਇਹਦੇ ਬਾਰੇ ਕੋਈ ਗੱਲ ਨਹੀਂ ਹੈ ਓਕੇ ਸੈਕਿੰਡ ਆਪਸ਼ਨ ਹੈ ਇਟ ਵੁੱਡ ਬੀ ਰੋਂਗ ਟੂ ਓਵਰਲੁੱਕ ਦ ਕੰਟਰੀਬਿਊਸ਼ਨ ਆਫ ਸਾਊਂਡ ਟੂ ਦ ਆਰਟਿਸਟਰੀ ਆਫ ਫਿਲਮਸ ਯੈਸ ਇਹ ਡਿਸਕਸ ਹੋਇਆ ਇਹ ਆਪਾਂ ਜਿਹੜੀ ਬਿਲਕੁਲ ਫਰਸਟ ਲਾਈਨ ਪੜ੍ਹੀ ਸੀ ਨਾ ਆ ਦੇਖੋ ਕਹਿੰਦੇ ਆਪਾਂ ਚਾਹੇ ਫਿਲਮ ਨੂੰ ਇੱਕ ਵਿਜ਼ੂਅਲ ਐਕਸਪੀਰੀਅੰਸ ਮੰਨਦੇ ਹਾਂ ਆ ਦੇਖੋ ਲਿਖਿਆ ਬਟ ਵੀ ਆਪਾਂ ਮਿਊਜ਼ਿਕ ਦੇ ਮਤਲਬ ਜਿਹੜਾ ਫਿਲਮ ਦੇ ਵਿੱਚ ਜਿਹੜਾ ਸਾਊਂਡ ਹੈ ਉਹਦਾ ਰੋਲ ਕਦੇ ਵੀ ਆਪਾਂ ਜਿਹੜਾ ਹੈਗਾ ਉਹਨੂੰ ਕਦੇ ਵੀ ਅੰਡਰ ਐਸਟੀਮੇਟ ਨਹੀਂ ਕਰ ਸਕਦੇ ਜਾਂ ਇਹ ਤਾਂ ਗੱਲ ਹੋਈ ਹੈ ਯੈਸ ਦਿਸ ਇਜ਼ ਦੇਅਰ ਇਟ ਇਜ਼ ਡਿਸਕਸਡ ਇਨ ਦ ਪੈਰਾਗ੍ਰਾਫ ਅੱਗੇ ਲਿਖਿਆ ਮਿਊਜ਼ਿਕ ਇੰਡਸਟਰੀ ਕੈਨ ਹੈਵ ਅ ਬੈਨੀਫੀਸ਼ੀਅਲ ਇਨਫਲੂਐਂਸ ਔਨ ਸਾਊਂਡ ਇਨ ਫਿਲਮ ਮਿਊਜ਼ਿਕ ਇੰਡਸਟਰੀ ਬਾਰੇ ਕੋਈ ਗੱਲ ਨਹੀਂ ਹੋਈ ਇਹ ਗਲਤ ਹੈ ਇਟ ਇਜ਼ ਇੰਪੋਰਟੈਂਟ ਫॉर ਦੋਜ਼ ਵਰਕਿੰਗ ਔਨ ਦ ਸਾਊਂਡ ਇਨ ਅ ਫਿਲਮ ਹੈਵ ਅ ਸੋਲ ਰਿਸਪੌਂਸਿਬਿਲਿਟੀ ਆਫ ਇਟ ਨਹੀਂ ਉਹਨਾਂ ਨੇ ਤਾਂ ਕਿਹਾ ਸੀ ਵੀ ਤਿੰਨ ਚੀਜ਼ਾਂ ਹੁੰਦੀਆਂ ਨੇ ਸਾਊਂਡ ਟਰੈਕ ਦੇ ਵਿੱਚ ਠੀਕ ਹੈ ਵੋਇਸ ਸਾਊਂਡ ਇਫੈਕਟ ਐਂਡ ਮਿਊਜ਼ਿਕ ਬਟ ਇਹਦੀ ਤਾਂ ਕੋਈ ਗੱਲ ਨਹੀਂ ਆਈ ਵੀ ਇਹ ਉਹ ਲੋਕਾਂ ਦੀ ਕੋਈ ਗੱਲ ਨਹੀਂ ਜਿਹੜੇ ਸਾਊਂਡ 'ਚ ਕੰਮ ਕਰਦੇ ਆ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਹੁੰਦੀ ਨੋ
This is also wrong. So here option B is correct. Yeah. I hope you understand. Let's move to the next question. That is question number 15. Okay. Yes. So question number 15. Let's read the question first. They have written one reason that the writer refers to Humphrey Bogart is to exemplify. ਮਤਲਬ ਕੀ ਕਾਰਨ ਹੈ ਜਿਹਦੇ ਕਰਕੇ ਉਹਨਾਂ ਨੇ ਹੰਫਰੀ ਬੋਗਾਰਟ ਨੂੰ ਜਿਹੜਾ ਹੈਗਾ ਵਾ ਉਹਨਾਂ ਨੇ ਇਹਦੇ ਵਿੱਚ ਐਗਜ਼ੈਂਪਲੀਫਾਈ ਕੀਤਾ। ਕਹਿੰਦੇ ਓਕੇ ਹੁਣ ਇਹ ਕਹਿੰਦੇ ਲੈਟ ਅਸ ਸਟਾਰਟ ਵਿਦ ਡਾਇਲੌਗ। ਠੀਕ ਹੈ, ਕਹਿੰਦੇ ਐਜ਼ ਇਨ ਦਾ ਕੇਸ ਵਿਦ ਸਟੇਜ ਡਰਾਮਾ, ਕਿ ਜਿਵੇਂ ਸਟੇਜ ਡਰਾਮਾ ਹੁੰਦਾ ਉਵੇਂ ਕਹਿੰਦੇ ਜਿਹੜੇ ਡਾਇਲੌਗ ਆ ਨਾ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਆ ਜਿਹਨਾਂ ਆਪਾਂ ਨੂੰ ਸਟੋਰੀ ਪਤਾ ਲੱਗਦੀ ਹੈ ਨਾ, ਤੇ ਡਾਇਲੌਗ ਦੇ ਰਾਹੀਂ ਆਪਾਂ ਆਪਣੇ ਫੀਲਿੰਗਸ ਐਕਸਪ੍ਰੈਸ ਕਰਦੇ ਹਾਂ ਹੈ ਨਾ, ਤੇ ਕਰੈਕਟਰ ਦੀਆਂ ਮੋਟੀਵੇਸ਼ਨਸ ਬਾਰੇ ਵੀ ਆਪਾਂ ਨੂੰ ਪਤਾ ਲੱਗਦਾ। ਠੀਕ ਹੈ, ਜਿਹਦੇ ਕੀ ਕਿਹਾ ਡਾਇਲੌਗ ਕੀ ਦੱਸਦਾ, ਆਪਾਂ ਨੂੰ ਸਟੋਰੀ ਦੱਸਦਾ, ਆਪਾਂ ਨੂੰ ਫੀਲਿੰਗਸ ਐਕਸਪ੍ਰੈਸ ਕਰਦਾ ਤੇ ਕਰੈਕਟਰ ਦੀ ਮੋਟੀਵੇਸ਼ਨ ਬਾਰੇ ਪਤਾ ਲੱਗਦਾ ਆਪਾਂ ਨੂੰ। ਠੀਕ ਹੈ, ਤੇ ਅਕਸਰ ਜਿਹੜੀ ਫਿਲਮ ਦੇ ਵਿੱਚ ਜਿਹੜੀ ਕਰੈਕਟਰਾਈਜੇਸ਼ਨ ਹੈ ਨਾ, ਫਿਲਮ ਦੇ ਵਿੱਚ ਜਿਹੜੇ ਕਰੈਕਟਰਸ ਹੁੰਦੇ ਨੇ, ਕਰੈਕਟਰਾਈਜੇਸ਼ਨ ਮਤਲਬ ਜਿਹੜੇ ਅਲੱਗ-ਅਲੱਗ ਕਰੈਕਟਰਸ ਆ, ਐਕਟਰ ਜਿਹੜੇ ਕਿਰਦਾਰ ਨਿਭਾਉਂਦੇ ਆ। ਠੀਕ ਹੈ, ਤਾਂ ਆਡੀਅנס ਜਿਹੜੀ ਹੈਗੀ ਹੈ ਉਹਨਾਂ ਨੂੰ ਆਡੀਅנס ਪਰਸੀਵਸ ਮਤਲਬ ਅੰਡਰਸਟੈਂਡ। ਠੀਕ ਹੈ, ਅੰਡਰਸਟੈਂਡ ਕਹਿ ਲਓ ਜਾਂ ਮਤਲਬ ਰਿਅਲਾਈਜ਼। ਠੀਕ ਹੈ, ਕੀ ਨਹੀਂ ਕਰਦੀ, ਮਤਲਬ ਉਹਨਾਂ ਨੂੰ ਲੱਗਦਾ ਵੀ ਜਾਂ ਤਾਂ ਬਹੁਤ ਥੋੜ੍ਹਾ ਜਾਂ ਕੋਈ ਵੀ ਫਰਕ ਨਹੀਂ ਹੈਗਾ ਕਿਹਦੇ ਵਿੱਚ, ਦਾ ਕਰੈਕਟਰ ਐਂਡ ਦਾ ਐਕਟਰ। ਮਤਲਬ ਵੀ ਜਿਵੇਂ ਸਕਰੀਨ 'ਤੇ ਸ਼ਾਹਰੁਖ ਖਾਨ ਮਤਲਬ ਹੈ ਐਕਟਰ। ਠੀਕ ਹੈ, ਅਤੇ ਉਹ ਤੁਸੀਂ ਕਹਿ ਲਓ ਵੀ ਕਿਸੇ ਵੀ ਮਤਲਬ ਮੂਵੀ ਦੇ ਵਿੱਚ ਹੈ, ਅਤੇ ਉਹ ਮੂਵੀ ਦੇ ਵਿੱਚ ਜਿਹੜਾ ਉਹਦਾ ਜਿਵੇਂ ਫੋਰ ਐਗਜ਼ਾਮਪਲ DDLJ ਹੈ। ਠੀਕ ਹੈ, DDLJ ਦੇ ਵਿੱਚ ਜਿਹੜਾ ਉਹਦਾ ਰਾਜ ਦਾ ਮਤਲਬ ਕਰੈਕਟਰ ਸੀਗਾ ਹੈ ਨਾ, ਅਤੇ ਲੋਕਾਂ ਨੂੰ ਅਸਲ ਦੇ ਵਿੱਚ ਸ਼ਾਹਰੁਖ ਖਾਨ ਠੀਕ ਹੈ ਐਜ਼ ਐਨ ਐਕਟਰ, ਅਤੇ ਉਹ ਮੂਵੀ ਦੇ ਵਿੱਚ ਰਾਜ ਦਾ ਕਰੈਕਟਰ, ਉਹਦੇ ਵਿੱਚ ਕੋਈ ਫਰਕ ਨਹੀਂ ਲੱਗਿਆ। ਉਹ ਕਹਿੰਦੇ ਸ਼ਾਹਰੁਖ ਖਾਨ ਅਸਲ 'ਚ ਇੱਦਾਂ ਦਾ ਹੀ ਹੈ, ਉਹਨਾਂ ਨੂੰ ਲੱਗਿਆ ਵੀ ਇਹ ਅਸਲ 'ਚ ਇੱਦਾਂ ਦਾ ਹੀ ਹੋਊਗਾ। ਠੀਕ ਹੈ, ਸੋ 10 ਰਿਜ਼ਲਟ ਕੱਢਤਾ। ਕਹਿੰਦੇ ਫੋਰ ਐਗਜ਼ਾਮਪਲ ਜਿਹੜਾ ਐਕਟਰ ਹੈ ਹੰਫਰੀ ਬੋਗਾਰਟ, ਉਹਨੇ ਕਿਰਦਾਰ ਨਿਭਾਇਆ ਸੀ ਕਿਹੜਾ, ਸੈਮ ਸਪੇਡ ਦਾ। ਠੀਕ ਹੈ, ਅਤੇ ਕਹਿੰਦੇ ਜਿਹੜੀ ਫਿਲਮ ਪਰਸਨੈਲਿਟੀ ਸੀ ਅਤੇ ਲਾਈਫ ਪਰਸਨੈਲਿਟੀ ਸੀਮ ਟੂ ਮਰਜ। ਉਹੀ ਸੇਮ ਗੱਲ ਨੂੰ ਐਗਜ਼ਾਮਪਲ ਦੇ ਕੇ ਸਪੋਰਟ ਕਰਤਾ ਵੀ ਅਸਲ ਦੇ ਵਿੱਚ ਸੈਮ ਸਪੇਡ ਜਿੱਦਾਂ ਦਾ ਹੈਗਾ। ਠੀਕ ਹੈ, ਅਤੇ ਉਹਦੀ ਜਿਹੜੀ ਫਿਲਮ 'ਚ ਪਰਸਨੈਲਿਟੀ ਸੀ ਉਹ ਸੇਮ ਸੀ। ਮਰਜ ਮਤਲਬ ਉਹ ਮਿਕਸ ਹੋ ਗਈ, ਮਤਲਬ ਲੋਕਾਂ ਨੂੰ ਲੱਗਿਆ ਵੀ ਜਿਵੇਂ ਅਸਲ 'ਚ ਹੈ ਉਵੇਂ ਫਿਲਮ 'ਚ ਉਹਨੇ ਕਿਰਦਾਰ ਨਿਭਾਤਾ। ਠੀਕ ਹੈ, ਕਿਉਂਕਿ ਇਹ ਕਹਿੰਦੇ ਇਹਦੇ ਪਿੱਛੇ ਕਾਰਨ ਪਤਾ ਕੀ ਹੈ, ਕਿਉਂਕਿ ਇਟ ਇਜ਼ ਅ ਵੈਰੀ ਟੈਕਸਚਰ ਆਫ ਅ ਪਰਫਾਰਮਰਸ ਵੋਇਸ। ਇਹ ਕਹਿੰਦੇ ਇਹ ਕਿਰਦਾਰ ਦੀ ਜਿਹੜੀ ਵੋਇਸ ਹੈ ਨਾ ਉਹ ਮੇਨ ਐਲੀਮੈਂਟ ਹੈ ਕਿਸੇ ਵੀ ਕਰੈਕਟਰ ਦਾ। ਮਤਲਬ ਜਿਵੇਂ ਉਹ ਡਾਇਲੌਗਸ ਬੋਲਦਾ ਹੈ, ਉਹਦੀ ਮਤਲਬ ਡਾਇਲੌਗ ਡਿਲੀਵਰੀ ਜਿਹੜੀ ਹੈਗੀ ਉਹ ਇੰਨੀ ਐਕਸਲੈਂਟ ਹੁੰਦੀ ਹੈ ਵੀ ਤੁਸੀਂ ਫਰਕ ਹੀ ਨਹੀਂ ਦੱਸ ਪਾਉਂਦੇ ਵੀ ਉਹ ਅਸਲ ਦੇ ਵਿੱਚ ਮਤਲਬ ਇੱਕ ਉਹ ਐਕਟਰ ਤੇ ਜਿਹੜਾ ਉਹ ਕਿਰਦਾਰ ਨਿਭਾ ਰਿਹਾ ਉਹ ਅਲੱਗ-ਅਲੱਗ ਬੰਦੇ ਹੈ ਜਾਂ ਉਹ ਸੇਮ ਹੀ, ਤਾਂ ਆਪਾਂ ਨੂੰ ਸੇਮ ਹੀ ਲੱਗਦੇ ਹੁੰਦੇ ਹਮੇਸ਼ਾ ਉਹ। ਠੀਕ ਹੈ, ਇਹ ਲਿਖਿਆ ਇੱਥੇ। ਲੈਟਸ ਰੀਡ ਦੀ ਆਪਸ਼ਨਸ। ਇੱਥੇ ਹੁਣ ਫਸਟ ਆਪਸ਼ਨ ਆਇਆ, ਦਾ ਇੰਪੋਰਟੈਂਸ ਆਫ ਦਾ ਐਕਟਰ ਐਂਡ ਦਾ ਕਰੈਕਟਰ ਅਪੀਅਰਿੰਗ ਟੂ ਹੈਵ ਸਿਮਿਲਰ ਪਰਸਨੈਲਿਟੀਜ਼। ਬਿਲਕੁਲ, ਐਕਟਰ ਦੀ ਗੱਲ ਵੀ ਹੋਈ ਹੈ, ਕਰੈਕਟਰ ਦੀ ਗੱਲ ਵੀ ਹੋਈ ਹੈ। ਅਪੀਅਰਿੰਗ ਟੂ ਹੈਵ ਸਿਮਿਲਰ ਮਤਲਬ ਲਿਟਲ ਔਰ ਨੋ ਡਿਫਰੈਂਸ ਵਾਲੀ ਗੱਲ ਹੋ ਗਈ। ਬਿਲਕੁਲ ਇਹ ਆਪਸ਼ਨ ਇਹਦੀ ਗੱਲ ਆਈ ਹੈ। ਠੀਕ ਹੈ, ਅੱਗੇ ਹੈ ਆਡੀਅנס ਦੀ ਵਿਸ਼ ਬਾਰੇ ਤਾਂ ਕੋਈ ਗੱਲ ਨਹੀਂ ਆਈ। ਦੈਟ ਐਕਟਰਸ ਆਰ ਵਿਜ਼ੂਅਲੀ ਅਪਰੋਪਰੀਏਟ ਫॉर देयर ਰੋਲਸ, ਨਹੀਂ ਇਹਦੇ ਬਾਰੇ ਕੋਈ ਗੱਲ ਨਹੀਂ ਹੋਇਆ ਵੀ ਜਿਹੜੇ ਦੇਖਣ 'ਚ ਹੀ ਸੂਟੇਬਲ ਲੱਗਦੇ ਆ ਵੀ ਇਹ ਰੋਲ ਇਹ ਨਿਭਾ ਸਕਦੇ, ਨਹੀਂ ਇਹਦੇ ਬਾਰੇ ਕੁਛ ਨਹੀਂ ਲਿਖਿਆ। ਅੱਗੇ ਹੈ ਵੈਲਿਊ ਆਫ ਦੀ ਐਕਟਰ ਦੀ ਵੈਲਿਊ ਹੈਵਿੰਗ ਹੈਡ ਸਿਮਿਲਰ ਫੀਲਿੰਗਸ ਟੂ ਦਾ ਕਰੈਕਟਰ। ਫੂਲਿੰਗਸ ਦੀ ਤਾਂ ਕੋਈ ਗੱਲ ਨਹੀਂ ਆਈ ਇੱਥੇ, ਨੋ ਨਾ ਐਕਟਰ ਦੀ ਵੈਲਿਊ ਦੀ ਗੱਲ ਹੈ, ਇਹ ਵੀ ਗਲਤ ਹੈ। ਠੀਕ ਹੈ, ਆਡੀਅנס ਦੀ ਪ੍ਰੈਫਰੈਂਸਿਸ ਫॉर ਡਾਇਲੌਗ ਟੂ ਬੀ ਐਜ਼ ਆਥੈਂਟਿਕ ਐਜ਼ ਪੋਸੀਬਲ, ਨੋ ਇਹਦਾ ਤਾਂ ਇਹ ਮਤਲਬ ਹੋ ਗਿਆ ਵੀ ਆਡੀਅנס ਜਿਹੜੇ ਹੈਗੇ ਉਹਨਾਂ ਨੂੰ ਬੜੇ ਆਥੈਂਟਿਕ ਜਿਹੇ ਡਾਇਲੌਗ ਹੀ ਪ੍ਰੈਫਰ ਕਰਦੇ ਆ ਸੁਣਨੇ, ਨੋ ਹੇਅਰ ਏ ਆਪਸ਼ਨ ਇਜ਼ ਕਰੈਕਟ। Okay, yeah, let's move to the next question number 16. Okay, question is in the third paragraph the writer suggests that the third paragraph starts from here. Okay, so when voice texture fits the performer's physiognomy and gestures. Okay, physiognomy ਹੁੰਦੇ ਬੱਚਾ ਆਪਣੇ ਜਿਹੜੇ ਹੈਗੇ ਆ ਫੇਸ ਐਕਸਪ੍ਰੈਸ਼ਨਸ। ਠੀਕ ਹੈ, ਫਿਜ਼ੀਕਲ ਐਕਸਪ੍ਰੈਸ਼ਨਸ ਜਿਹੜੇ ਹੁੰਦੇ ਆ ਆਪਣੇ। ਠੀਕ ਹੈ,
ਫਿਜ਼ੀਕਲ ਐਕਸਪ੍ਰੈਸ਼ਨ ਤੇ ਜੈਸਚਰਸ ਹੁੰਦੇ ਆਪਣੇ ਹੈਂਡਸ ਦੀ ਮੂਵਮੈਂਟ। ਠੀਕ ਹੈ, ਓਕੇ। ਕਹਿੰਦੇ ਜਦੋਂ ਵੋਇਸ ਟੈਕਸਚਰ ਜਿਹੜਾ ਹੈਗਾ ਫਿੱਟ ਕਰਦਾ ਕਿਹਦੇ ਨਾਲ, ਉਹਦੇ ਫੇਸ ਦੇ ਹਾਵ ਭਾਵ ਦੇ ਨਾਲ ਤੇ ਉਹਦੇ ਜੈਸਚਰਸ ਦੇ ਨਾਲ। ਤੇ ਕਹਿੰਦੇ ਫਿਰ ਆਪਾਂ ਨੂੰ ਕੀ ਲੱਗਦਾ ਵੀ ਆਪਾਂ ਨੂੰ ਨਾ ਲੱਗਦਾ ਵੀ ਬਹੁਤ ਹੀ ਰੀਅਲਿਸਟਿਕ ਜੀ ਗੱਲ ਹੁੰਦੀ ਪਈ ਹੈ, ਮਤਲਬ ਬੜੀ ਅਸਲੀ ਜਿਹਾ ਲੱਗਦਾ ਵੀ ਕਿਰਦਾਰ ਉਹਨੇ ਬੜਾ ਅਸਲੀ ਨਿਭਾਇਆ, ਓਵਰ ਐਕਟਿੰਗ ਨਹੀਂ ਲੱਗਦੀ ਆਪਾਂ ਨੂੰ, ਬਹੁਤ ਰੀਅਲ ਜੀ ਐਕਟਿੰਗ ਲੱਗਦੀ ਬੰਦੇ ਦੀ। ਠੀਕ ਹੈ, ਤੇ the viewers not see an actor working at his craft but another human being struggling with life। ਠੀਕ ਹੈ, ਉਹਨਾਂ ਨੂੰ ਇਹ ਨਹੀਂ ਲੱਗਦਾ ਵੀ ਐਕਟਰ ਕੀ ਹੈ, ਵੀ ਜਿਹੜਾ ਹੈਗਾ ਵਾ ਉਹ ਕੀ ਲੱਗਦਾ, ਵਿਊਅਰ ਸੀਜ਼ ਨਾਟ ਐਨ ਐਕਟਰ ਵਰਕਿੰਗ ਐਟ ਹਿਸ ਕਰਾਫਟ ਬਟ ਅਨਦਰ ਹਿਊਮਨ ਸਟਰਗਲਿੰਗ ਵਿਦ ਲਾਈਫ। ਮਤਲਬ ਉਹਨਾਂ ਨੂੰ ਲੱਗਦਾ ਵੀ ਇਹ ਜਿਵੇਂ ਇੱਕ ਐਕਟਰ ਅਤੇ ਇਹਨੂੰ ਇਹ 'ਚ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਸੀ ਤਾਂ ਉਹ ਬਸ ਆਪਣੀ ਕਲਾ ਵਰਤਦਾ ਪਿਆ, ਬਲਕਿ ਉਹਨਾਂ ਨੂੰ ਲੱਗਦਾ ਵੀ ਅਸਲ 'ਚ ਹੀ ਇਹ ਉਹਦੀ ਅਸਲ 'ਚ ਕਿਰਦਾਰ ਹੀ ਇੱਦਾਂ ਦਾ। ਠੀਕ ਹੈ, ਅਤੇ ਬੜਾ ਇੰਟਰਸਟਿੰਗ ਹੈ ਨੋਟ ਕਰਨਾ ਵੀ ਕਿਵੇਂ ਜਿਹੜੇ ਡਾਇਲੋਗਸ ਯੂਜ਼ ਕੀਤੇ ਜਾਂਦੇ ਆ। ਠੀਕ ਹੈ, ਅਤੇ ਕਿਵੇਂ ਡਾਇਲੋਗ ਜਿਹੜਾ ਵਰਤਿਆ ਗਿਆ ਉਹ ਵੇਰੀ ਕਰਦਾ। ਠੀਕ ਹੈ, ਮੂਵੀਜ਼ ਦੇ ਵਿੱਚ। ਠੀਕ ਹੈ, ਅਤੇ ਕਹਿੰਦੇ ਇਹ ਵੀ ਕਹਿੰਦੇ ਡਾਇਲੋਗਸ ਨੂੰ ਵੀ ਨੋਟ ਕਰਨਾ ਨਾ ਭੁੱਲੋ ਵੀ ਕਿਵੇਂ ਡਾਇਲੋਗਸ ਜਿਹੜੇ ਹੈਗੇ ਯੂਜ਼ ਹੁੰਦੇ ਆ, ਅਤੇ ਕਿੰਨੇ ਜ਼ਿਆਦਾ ਜਿਹੜੇ ਡਾਇਲੋਗਸ ਜਿਹੜੇ ਹੈਗੇ ਉਹਨਾਂ ਦੀ ਅਮਾਊਂਟ ਕਿਵੇਂ ਵੇਰੀ ਕਰਦੀ ਹੈ। ਮਤਲਬ ਡਾਇਲੋਗਸ ਦੀ ਅਮਾਊਂਟ ਅਲੱਗ-ਅਲੱਗ ਮੂਵੀ 'ਚ ਅਲੱਗ-ਅਲੱਗ ਹੁੰਦੀ ਹੈ। ਹੁਣ ਇੱਕ ਐਗਜ਼ਾਮਪਲ ਦੇਤੀ ਉਹਨਾਂ ਨੇ ਵੀ ਇੱਕ ਬਹੁਤ ਹੀ ਕਾਮਯਾਬ ਮੂਵੀ ਸੀ, ਸਾਇੰਸ ਫਿਕਸ਼ਨ ਮੂਵੀ ਸੀ, 2001 'ਚ ਆਈ ਸੀ ਉਹ। ਉਹਦੇ ਵਿੱਚ ਇੱਕ ਬਹੁਤ ਕਹਿੰਦੇ ਛੋਟਾ ਜਿਹਾ ਡਾਇਲੋਗ ਸੀ ਬਟ ਉਹ ਬੜਾ ਨਾ ਐਵੀਡੈਂਟ ਸੀ। ਐਵੀਡੈਂਟ ਮਤਲਬ ਬਹੁਤ ਕਲੀਅਰ ਸੀ। ਕਲੀਅਰ ਜਾਂ ਆਪਾਂ ਕਹਿ ਦਈਏ ਵੀ ਇੰਪੋਰਟੈਂਟ ਸੀ ਉਹ ਬਹੁਤ ਜ਼ਿਆਦਾ। ਠੀਕ ਹੈ, ਐਂਡ ਮੋਸਟ ਆਫ ਇਟ ਵਾਸ ਬੈਨਲ ਐਂਡ ਆਫ ਲਿਟਲ ਇੰਟ੍ਰਿੰਸਿਕ ਇੰਟਰਸਟ। ਠੀਕ ਹੈ, ਅਤੇ ਜ਼ਿਆਦਾਤਰ ਡਾਇਲੋਗਸ ਜਿਹੜੇ ਸੀਗੇ ਉਹ ਛੋਟਾ ਡਾਇਲੋਗ ਜ਼ਿਆਦਾ ਜ਼ਰੂਰੀ ਸੀ, ਅਤੇ ਬਾਕੀ ਜਿਹੜੇ ਜ਼ਿਆਦਾਤਰ ਡਾਇਲੋਗ ਸੀ ਉਹ ਇੰਨੇ ਜ਼ਰੂਰੀ ਨਹੀਂ ਸੀ, ਉਹਨਾਂ 'ਚ ਇੰਨਾ ਇੰਟਰਸਟ ਨਹੀਂ ਬਣਿਆ। ਠੀਕ ਹੈ, ਅਤੇ ਕਹਿੰਦੇ ਇਨ ਦਿਸ ਵੇ ਜਿਹੜਾ ਫਿਲਮ ਮੇਕਰ ਆ ਨਾ ਉਹ ਕੀ ਸੀ, ਉਹ ਕੀ ਪੋਰਟਰੇ ਕਰ ਪਾਇਆ ਜਿਹੜਾ ਥੋਮਸ ਆਹ ਵਾਲਾ ਜਿਹੜਾ ਬੰਦਾ ਸੀਗਾ ਸੈਬੋਚੈਕ ਐਂਡ ਵਿਵੀਅਨ ਸੈਬੋਚੈਕ ਕੌਲ, ਆਹ ਵਾਲੀ ਇੱਕ ਵੀ ਇੱਕ ਮੂਵੀ ਦਾ ਨਾਮ ਹੈ। ਠੀਕ ਹੈ, ਅਤੇ ਦ ਇਨਐਡੀਕੁਏਸੀ ਆਫ ਹਿਊਮਨ ਰਿਸਪੌਂਸਿਸ। ਕਹਿੰਦੇ ਜਿਹੜੀ ਇਨਐਡੀਕੁਏਸੀ ਆਫ ਹਿਊਮਨ ਰਿਸਪੌਂਸਿਸ ਹੈ, ਕਹਿੰਦੇ ਜਦੋਂ ਇਹਨੂੰ ਕੰਪੇਅਰ ਕੀਤਾ ਮੈਗਨੀਫਿਸੈਂਟ ਟੈਕਨੋਲੋਜੀ ਕ੍ਰੀਏਟਡ ਬਾय ਮੈਨ ਐਂਡ ਦ ਵਿਜ਼ੂਅਲ ਬਿਊਟੀਜ਼ ਆਫ ਯੂਨੀਵਰਸ। Okay, let's read the options now. Okay, so audience ਜਿਹੜੇ ਹੁੰਦੇ ਕਹਿੰਦੇ ਬੜੇ ਕ੍ਰਿਟੀਕਲ ਹੁੰਦੇ। ਕ੍ਰਿਟੀਕਲ ਮਤਲਬ ਬਹੁਤ ਡੂੰਘਾ ਸੋਚਦੇ ਆ, ਹਰ ਚੀਜ਼ ਦੇ ਪਿੱਛੇ ਕਾਰਨ ਲੱਭਦੇ ਆ ਉਹ। ਹਰ ਫਿਲਮ ਦਾ ਡਾਇਲੋਗ ਉਹ ਬਹੁਤ ਧਿਆਨ ਨਾਲ ਸੁਣਦੇ ਆ ਐਂਡ ਦੈਟ ਡਜ਼ ਨਾਟ ਰਿਫਲੈਕਟ ਇਨ ਦੇਅਰ ਓਨ ਐਕਸਪੀਰੀਅੰਸ। ਇਹਦੇ ਬਾਰੇ ਲਿਖਿਆ ਕੁਝ ਵੀ ਆਡੀਅנס ਬਹੁਤ ਕ੍ਰਿਟੀਕਲੀ ਡਾਇਲੋਗ ਨੂੰ ਸੁਣਦੀ ਹੈ? ਨਹੀਂ, ਇਹਦੇ ਬਾਰੇ ਕੁਝ ਨਹੀਂ ਆਇਆ। ਇਟ ਇਜ਼ ਨਾਟ ਰਿਟਨ, ਨਹੀਂ ਡਿਸਕਸਡ ਹੈਗਾ। ਅਗਲਾ ਆਪਸ਼ਨ ਹੈ ਆਪਣੇ ਕੋਲੇ ਫਿਲਮ ਡਾਇਲੋਗਸ ਦੈਟ ਅਪੀਅਰਸ ਟੂ ਬੀ ਡਲ may have a specific purpose। ਇਹਦੇ ਬਾਰੇ ਗੱਲ ਹੋਈ ਹੈ, but let's discuss other options also। filmmakers vary considerably in the skill with which they handle। ਨਹੀਂ, filmmakers ਬਾਰੇ ਤਾਂ ਕੋਈ ਗੱਲ ਹੀ ਨਹੀਂ ਹੋਈ, ਤੇ ਉਹਨਾਂ ਦੇ ਸਕਿੱਲ ਬਾਰੇ ਵੀ ਨਹੀਂ ਗੱਲ ਹੋਈ ਵੀ ਉਹ ਕਿਵੇਂ ਡਾਇਲੋਗਸ ਹੈਂਡਲ ਕਰਦੇ ਆ। ਨੋ, ਅੱਗੇ ਆਇਆ the most successful films are those with dialogue of high quality। ਮੋਸਟ ਸਕਸੈਸਫੁਲ ਤਾਂ ਉਹ ਮੂਵੀ ਦੀ ਐਗਜ਼ਾਮਪਲ ਦਿੱਤੀ ਸੀ। ਠੀਕ ਹੈ, ਮੋਸਟ ਸਕਸੈਸਫੁਲ ਫਿਲਮ ਦੀ ਗੱਲ ਆਈ ਹੈ, ਫਿਲਮਸ ਦੀ ਗੱਲ ਨਹੀਂ ਆਈ। ਅਤੇ ਉਹ 'ਚ ਇਹ ਨਹੀਂ ਲਿਖਿਆ ਵੀ ਉਹ 'ਚ ਡਾਇਲੋਗ ਬੜੀ ਹਾਈ ਕੁਆਲਿਟੀ ਦੇ ਸੀ, ਬਲਕਿ ਉਹ 'ਚ ਤਾਂ ਲਿਖਿਆ ਸੀ ਵੀ ਇੱਕ ਬਹੁਤ ਸਕਸੈਸਫੁਲ ਮੂਵੀ ਹੈ ਜਿਹਦੇ ਵਿੱਚ ਬਾਕੀ ਡਾਇਲੋਗਸ ਜਿਹੜੇ ਸੀ ਉਹ ਇੰਨੇ ਜ਼ਰੂਰੀ ਨਹੀਂ ਸੀ ਬਟ ਇੱਕ ਛੋਟਾ ਜਿਹਾ ਡਾਇਲੋਗ ਬਹੁਤ ਇੰਪੋਰਟੈਂਟ ਸੀ। ਤਾਂ ਉਹ ਗੱਲ ਆਈ ਆਪਣੇ ਬੀ ਆਪਸ਼ਨ ਦੇ ਵਿੱਚ ਆਈ ਉਹ। ਠੀਕ ਹੈ, ਵੀ ਜਿਵੇਂ ਉਹਨਾਂ ਨੇ ਕਿਹਾ ਸੀ ਨਾ ਇੱਕ ਬਹੁਤ ਹੀ ਦੇਖੋ ਵੀ ਇੱਕ ਬਹੁਤ ਸਕਸੈਸਫੁਲ ਮੂਵੀ ਸੀ 2001 'ਚ ਆਈ ਸੀ, ਉਹਦੇ ਵਿੱਚ ਇੱਕ ਛੋਟਾ ਜਿਹਾ ਡਾਇਲੋਗ ਸੀ ਦੇਖੋ। ਠੀਕ ਹੈ, ਲਿਟਲ ਡਾਇਲੋਗ ਵੀ ਜਿਹੜਾ ਸੀ ਉਹ ਬਹੁਤ ਇੰਪੋਰਟੈਂਟ ਸੀ, ਉੱਥੋਂ ਲੱਗਿਆ ਬੱਚੇ ਬੀ ਆਪਸ਼ਨ ਆਪਣਾ। ਓਕੇ, yeah, let's move to the next question number 17। yeah, and the question is related to what does the writer suggest about bringing up baby। ਰਾਈਟਰ ਨੇ ਇਹਦੇ ਬਾਰੇ ਕੀ ਸਲਾਹ ਦਿੱਤੀ bringing up baby? ਇਹ ਵੀ this also might be a movie। okay, let's read what is he or she is trying to say। ਇਹ ਬੱਚਾ ਇੱਕ ਕਾਮੇਡੀ ਹੈ bringing up baby। ਠੀਕ ਹੈ, ਅਤੇ ਇੱਕ ਕਾਮੇਡੀ ਤਾਂ ਹੈ ਬਟ ਕਹਿੰਦੇ ਇਹਦੇ ਵਿੱਚ ਕੀ ਹੈ, ਬਟ ਇਹਦੇ ਵਿੱਚ ਨਾ ਬਹੁਤ ਪ੍ਰੈਕਟੀਕਲੀ ਨਾਨ ਸਟਾਪ ਡਾਇਲੋਗ ਡਿਲੀਵਰੀ ਹੈ ਐਟ ਬ੍ਰੇਕ ਨੈਕ ਸਪੀਡ ਹੁੰਦੀ ਮਤਲਬ ਵੈਰੀ ਫਾਸਟ ਸਪੀਡ। ਠੀਕ ਹੈ, ਨਾਨ ਸਟਾਪ ਮਤਲਬ ਕੰਟੀਨਿਊਸ ਡਾਇਲੋਗਸ ਬੋਲਦੇ ਆ ਉਹ, ਇੱਕ ਤੋਂ ਬਾਅਦ ਧੜਾ ਡਾਇਲੋਗ ਮਾਰੀ ਜਾਂਦੇ ਆ। ਕਹਿੰਦੇ ਜਿਹੜੇ ਯੂਜ਼ ਸੀ ਨਾ ਇੱਦਾਂ ਦਾ ਡਾਇਲੋਗ, ਕਹਿੰਦੇ
ਉਹਦੇ ਨਾਲ underscores not only the dizzy quality of the character played by Catherine Hepburn but also the absurdity of the film itself and thus its humor. ਮਤਲਬ ਅੰਡਰਸਕੋਰ ਕਰਨਾ ਮਤਲਬ ਕਿਸੇ ਚੀਜ਼ ਦੀ ਕੁਆਲਿਟੀ ਨੂੰ ਘਟਾ ਦੇਣਾ। ਕਿਹਨੂੰ ਘਟਾਇਆ? ਇੱਕ ਤਾਂ ਕਰੈਕਟਰ ਦੀ ਕੁਆਲਿਟੀ ਘਟਾਤੀ, ਬਲਕਿ ਨਾਲ ਕੀ ਘਟਾਈ? ਐਬਸਰਡਿਟੀ ਹੁੰਦੀ ਮਤਲਬ ਸਮਥਿੰਗ ਵਿਚ ਇਜ਼ ਅਨਕਲੀਅਰ। ਇਹ ਜਿਹੜੀ ਮੂਵੀ ਅਨਕਲੀਅਰ ਸੀ ਨਾ, ਠੀਕ ਹੈ, ਮੂਵੀ ਦੀ ਜਿਹੜੀ ਲੈਕ ਆਫ ਕਲੈਰਿਟੀ ਸੀ, ਠੀਕ ਹੈ, ਉਹ ਵੀ ਘਟੀ ਅਤੇ ਉਹਦਾ ਹਿਊਮਰ ਵੀ ਘਟ ਗਿਆ। ਠੀਕ ਹੈ, ਸੋ ਜਿਹੜਾ ਆਡੀਅנਸ ਸੀ, ਦ ਆਡੀਅנਸ ਇਜ਼ ਬਾਊਂਸਡ ਫਰੋਮ ਗੈਗ ਟੂ ਗੈਗ ਐਂਡ ਕਨਵਰਸੇਸ਼ਨ ਟੂ ਕਨਵਰਸੇਸ਼ਨ। ਦੇਖੋ ਤਾਂ ਮਤਲਬ ਆਡੀਅנਸ ਨੂੰ ਮੂਵੀ ਇੰਨੀ ਬੋਰਿੰਗ ਲੱਗੀ, ਠੀਕ ਹੈ, ਵੀ ਉਹ ਕੀ ਸੀ, ਉਹ ਇੱਕ ਦੂਜੇ ਕੋ ਨਾਲ ਗੱਲਾਂ 'ਤੇ ਗੱਲਾਂ ਮਾਰੀ ਜਾਂਦੇ ਸੀ। ਲੋ ਆ ਲੋ, ਫਰੋਮ ਗੈਗ ਟੂ ਗੈਗ ਐਂਡ ਕਨਵਰਸੇਸ਼ਨ ਟੂ ਇੱਕ ਦੂਜੇ ਨਾਲ ਗੱਲਾਂ ਹੀ ਮਾਰੀਆਂ ਉਹਨਾਂ ਨੇ। ਐਂਡ ਦੇਰ ਇਜ਼ ਨੋ ਟਾਈਮ ਫॉर ਆਡੀਅנਸ ਰਿਫਲੈਕਸ਼ਨ। ਦੇਖੋ ਉਹ ਆਪਣਾ ਐਕਸਪੀਰੀਅੰਸ ਹੀ ਨਹੀਂ ਦੇ ਪਾਏ, ਮਤਲਬ ਉਹ ਦੱਸ ਹੀ ਨਹੀਂ ਪਾਏ ਵੀ ਅਸੀਂ ਮੂਵੀ 'ਚ ਕੀ ਇੰਜੋਏ ਕੀਤਾ ਜਾਂ ਅਸੀਂ ਕੀ ਸਿੱਖਿਆ ਜਾਂ ਅਸੀਂ ਇਹ 'ਚ ਕੀ ਵਧੀਆ ਲੱਗਿਆ। ਠੀਕ ਹੈ, so the audience is caught up in a whirlwind of activity in simply managing to follow the plot। ਮਤਲਬ ਵੀ audience ਕੱਚ ਮਤਲਬ ਆਪਾਂ ਕਹਿੰਦੇ ਪੰਜਾਬੀ 'ਚ ਵੀ ਮਤਲਬ ਆਪਾਂ ਫਸ ਹੀ ਗਏ ਆ, ਮੀਨਸ ਉਲਝਣ ਜੀ ਪੈ ਗਈ। ਉਲਝਣ ਜੀ ਕਾਹਦੀ? ਵੀ ਸਾਨੂੰ ਸਮਝ ਨਹੀਂ ਲੱਗਿਆ ਵੀ ਸਟੋਰੀ ਕਿਹੜੇ ਪਾਸੇ ਲੈ ਗਈ, ਵੀ ਅਸੀਂ ਪਲਾਟ ਨੂੰ ਹੀ ਨਹੀਂ ਸਮਝ ਪਾਏ ਵੀ ਸਟੋਰੀ ਚੱਲਦਾ ਕੀ ਪਿਆ ਸੀ। ਠੀਕ ਹੈ, ਸੋ ਦਿਸ ਫਿਲਮ ਪ੍ਰੈਜ਼ੈਂਟਸ ਪਿਓਰ ਐਸਕੇਪਿਜ਼ਮ ਮਤਲਬ ਵੀ ਲੋਕਾਂ ਦਾ ਇੰਟਰਸਟ ਹੀ ਨਹੀਂ ਬਣਿਆ ਮੂਵੀ ਦੇ ਵਿੱਚ। ਕਿਉਂ? ਡਿਊ ਟੂ ਇਟਸ ਫਰੈਨੈਟਿਕ ਡਾਇਲੌਗ ਆਪਾਂ ਉੱਪਰ ਪੜ੍ਹੇ ਸੀ ਨਾ, ਮਤਲਬ ਬ੍ਰੇਕ ਨੈਕ ਸਪੀਡ 'ਤੇ ਸੀ, ਮਤਲਬ ਬਹੁਤ ਜ਼ਿਆਦਾ ਤੇਜ਼ ਡਾਇਲੌਗ ਡਿਲੀਵਰੀ ਸੀ ਇਹਦੇ ਵਿੱਚ, ਜਿਹਦੇ ਕਰਕੇ ਲੋਕਾਂ ਨੂੰ ਮੂਵੀ ਪਸੰਦ ਹੀ ਨਹੀਂ ਆਈ। ਮੂਵੀ ਦੀ ਕੁਆਲਿਟੀ ਵੀ ਘੱਟ ਗਈ ਐਂਡ ਦੇ ਵਰ ਨਾਟ ਏਬਲ ਟੂ ਇੰਜੋਏ ਐਨੀਥਿੰਗ ਇਨ ਦਾ ਮੂਵੀ। ਓਕੇ, ਸੋ ਲੈਟਸ ਰੀਡ ਦ ਕੁਐਸਚਨਸ। ਦ ਪਲॉट, ਹਾਂਜੀ, ਪਲॉट ਸਫਰਸ ਫਰਮ ਫਿਲਮ ਮੇਕਰਸ ਵਿਸ਼ ਟੂ ਫੋਕਸ ਔਨ ਹਿਊਮਰਸ ਡਾਇਲੌਗਸ। ਦੇਖੋ ਪਲॉट ਤੇ ਸਫਰ ਕੀਤਾ, ਬਟ ਇਹਦੇ ਕਰਕੇ ਥੋੜ੍ਹਾ ਕੀਤਾ ਵੀ ਫਿਲਮ ਮੇਕਰ ਨੇ ਹਿਊਮਰਸ ਡਾਇਲੌਗਸ 'ਤੇ ਜ਼ਿਆਦਾ ਫੋਕਸ ਕੀਤਾ, ਇਹ ਤਾਂ ਕਿਤੇ ਵੀ ਨਹੀਂ ਲਿਖਿਆ ਹੋਇਆ। ਓਕੇ, ਸੋ ਦ ਡਾਇਲੌਗ ਹੈਲਪਸ ਟੂ ਮੇਕ ਇਟ ਵਨ ਆਫ ਦ ਬੈਸਟ ਕਾਮੇਡੀ ਫਿਲਮਸ ਐਵਰ ਪ੍ਰੋਡਿਊਸਡ। ਇਹ ਤਾਂ ਬਿਲਕੁਲ ਵੀ ਨਹੀਂ ਆ ਸਕਦਾ, ਇਹ ਤਾਂ ਬਿਲਕੁਲ ਵੀ ਨਹੀਂ ਆ ਸਕਦਾ। ਠੀਕ ਹੈ, ਇਹ ਕਾਮੇਡੀ ਮੂਵੀ ਸੀ, ਇਟ ਵਾਸ ਅ ਕਾਮੇਡੀ ਮੂਵੀ। ਠੀਕ ਹੈ, ਬਟ ਇਹ ਬੈਸਟ ਕਾਮੇਡੀ ਉਹਦੇ ਡਾਇਲੌਗ ਕਰਕੇ ਸੀਗੀ। ਠੀਕ ਹੈ, ਇਹ ਤਾਂ ਬਿਲਕੁਲ ਹੀ ਗਲਤ ਹੈ। ਠੀਕ ਹੈ, ਅੱਗੇ ਲਿਖਿਆ ਦੇਰ ਇਜ਼ ਅ ਮਿਸਮੈਚ ਬਿਟਵੀਨ ਦ ਸਪੀਡ ਆਫ ਦ ਡਾਇਲੌਗ ਐਂਡ ਦ ਸਪੀਡ ਆਫ ਐਕਸ਼ਨ। ਸਪੀਡ ਆਫ ਡਾਇਲੌਗਸ ਦੀ ਗੱਲ ਆਈ ਆ, ਨਾ ਤਾਂ ਮਿਸਮੈਚ ਦੀ ਕੋਈ ਗੱਲ ਆਈ ਅਤੇ ਨਾ ਸਪੀਡ ਆਫ ਐਕਸ਼ਨਸ ਦੀ ਕੋਈ ਗੱਲ ਆਈ ਬੱਚਾ। ਇਟ ਇਜ਼ ਨੋ ਵੇਅਰ ਮੈਨਸ਼ਨਡ। ਓਕੇ, then we are left with only one option, that is option D. The nature of the dialogue emphasizes key elements of the film. ठीक है, this is the main answer D. Okay, yeah, let's move to the next question number 18. Yeah, let's read the question. What are they trying? The writer refers to the click of a door. On a click of a door to make the point that realistic sounds, मतलब click of a door ਤੇ realistic sound ਆਪਣੇ ਦੋ ਮੇਨ ਕੀਵਰਡਸ ਨੇ। ਲੈਟਸ ਰੀਡ ਦੀ ਇਨਫੋਰਮੇਸ਼ਨ। ਓਕੇ, ਹੁਣ ਕਹਿੰਦੇ synchronous sound effects are those sounds which are synchronized or matched with what is viewed। ਮਤਲਬ ਫॉर ਐਗਜ਼ਾਮਪਲ ਉਹ ਇਹਦਾ ਮਤਲਬ ਇਹ ਆ ਵੀ ਜੋ ਸਕਰੀਨ ਤੇ ਹੋ ਰਿਹਾ ਹੈ ਐਕਸ਼ਨ ਉਹਦੇ ਨਾਲ ਮੈਚ ਕਰਦੀ ਹੋਈ ਸਾਊਂਡ ਹੈ। ਲਾਈਕ ਫॉर ਐਗਜ਼ਾਮਪਲ ਇਫ ਅ ਪਰਸਨ ਇਜ਼ ਵਾਕਿੰਗ ਡਾਊਨ ਦ ਸਟੇਅਰਸ ਤਾਂ ਉਹਦੇ ਪੈਰ ਦੇ ਟਪਕਣ ਦੀ ਆਵਾਜ਼ ਜਿਹੜੀ ਹੈਗੀ ਆ ਉਹ ਆਉਣੀ ਚਾਹੀਦੀ ਆ ਆਪਾਂ ਨੂੰ ਉੱਥੇ। ਠੀਕ ਹੈ, ਫਾਈਨ, ਮਤਲਬ ਪੈਰ ਟਪਕਣ ਦੀ ਪੌੜੀਆਂ 'ਤੇ ਆਵਾਜ਼ ਆਉਣੀ ਚਾਹੀਦੀ ਹੈ। ਉਹਨੂੰ ਕਹਾਂਗੇ ਮਤਲਬ ਕਿ ਆਪਾਂ ਸਾਊਂਡ ਨੂੰ ਸਿੰਕਰੋਨਾਈਜ਼ ਕੀਤਾ ਕਿਹਦੇ ਨਾਲ, ਵੀ ਜੋ ਐਕਸ਼ਨ ਹੋ ਰਿਹਾ ਸੀ। ਠੀਕ ਹੈ, ਫॉर ਐਗਜ਼ਾਮਪਲ ਜੇ ਫਿਲਮ ਦੇ ਵਿੱਚ ਕੋਈ ਕਰੈਕਟਰ ਆਇਆ ਹੈ, ਉਹ ਪਿਆਨੋ ਪਲੇ ਕਰਦਾ ਪਿਆ ਹੈ, ਤਾਂ ਜਿਹੜੀ ਸਾਊਂਡ ਹੈ ਪਿਆਨੋ ਦੀ ਆਉਣੀ ਚਾਹੀਦੀ ਪਿੱਛੇ, ਸਿੰਕਰੋਨਾਈਜ਼ੇਸ਼ਨ। ਅੱਗੇ ਹੈ ਉਹ ਕਹਿ ਰਹੇ ਵੀ ਜਿਹੜੀ ਸਿੰਕਰੋਨਸ ਸਾਊਂਡਸ ਹੁੰਦੀਆਂ ਨੇ ਨਾ, ਉਹਦੇ ਨਾਲ ਨਾ ਬੜੀ ਰੀਅਲਿਸਟਿਕ ਲੱਗਦੀ ਹੈ ਮੂਵੀ, ਹੈ ਨਾ, ਉਹਦੇ ਨਾਲ ਇੱਕ ਪਰਟੀਕੂਲਰ ਐਟਮੋਸਫੀਅਰ ਕ੍ਰੀਏਟ ਹੋ ਜਾਂਦਾ। ਜਿੱਦਾਂ ਕਿ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ, ਕਹਿੰਦੇ ਕਲਿੱਕ ਆਫ ਅ ਡੋਰ। ਹੁਣ ਜਿਵੇਂ ਫॉर ਐਗਜ਼ਾਮਪਲ ਮੂਵੀ 'ਚ ਡੋਰ ਖੁੱਲ੍ਹਦਾ ਪਿਆ ਅਤੇ ਜਿੱਥੇ ਉਹ ਕਲਿੱਕ ਦੀ ਆਵਾਜ਼ ਆਊਗੀ ਤਾਂ ਲੋਕਾਂ ਨੂੰ ਅਸਲ 'ਚ ਲੱਗੂਗਾ ਵੀ ਯਾਰ ਹਾਂ, ਉਹ ਕਨਵਿੰਸ ਹੋ ਜਾਣਗੇ, ਆਡੀਅੰਸ ਕਨਵਿੰਸ ਹੋ ਜੂਗੀ ਵੀ ਹਾਂ ਵੀ ਅਸਲ 'ਚ ਦਰਵਾਜ਼ਾ ਖੁੱਲ੍ਹਿਆ। ਠੀਕ ਹੈ, ਅਤੇ ਉਹ ਸਬਕੌਂਸ਼ੀਅਸਲੀ ਵੀ ਕੀ ਹੈ, ਨੋਟ ਕਰਨਗੇ ਵੀ ਯਾਰ ਹਾਂ ਦਰਵਾਜ਼ਾ ਖੁੱਲ੍ਹਿਆ ਸੀ ਅਤੇ ਹੁਣ ਦਰਵਾਜ਼ੇ ਖੁੱਲ੍ਹਣ ਦੀ ਕਲਿੱਕ ਦੀ ਆਵਾਜ਼ ਆਉਣੀ ਚਾਹੀਦੀ ਹੈ। ਠੀਕ ਹੈ, ਹਾਂਜੀ। However, if the click of an opening door is a part of an ominous action such as
burglary, the sound mixer may call attention to the click with an increase in volume. This help to engage audience in a moment of suspense. ਹੁਣ ਇਹ ਕਹਿ ਰਹੇ ਕਹਿੰਦੇ ਫॉर ਐਗਜ਼ਾਮਪਲ ਵੀ ਜੇ ਜਿਹੜੀ ਦਰਵਾਜ਼ੇ ਖੁੱਲਣ ਦੀ ਆਵਾਜ਼ ਜਿਹੜੀ ਹੈਗੀ ਆ ਇਜ਼ ਅ ਪਾਰਟ ਆਫ ਐਨ ਓਮਨੀਅਸ ਐਕਸ਼ਨ, ਮਤਲਬ ਹਰ ਐਕਸ਼ਨ ਦੇ ਵਿੱਚ ਹੈ। ਜਿਵੇਂ ਬਰਗਲਰੀ ਹੋਈ ਉੱਥੇ ਵੀ ਦਰਵਾਜ਼ੇ ਖੁੱਲਣ ਦੀ ਆਵਾਜ਼ ਆ ਗਈ ਹੈ ਨਾ। ਤੇ ਸਾਊਂਡ ਮਿਕਸਰ ਨੇ ਕੀ ਕੀਤਾ, ਜਾਣ ਬੁੱਝ ਕੇ ਉਹ ਪਾਈ, ਕਿਉਂ? ਕਿਉਂਕਿ ਉੱਥੇ ਉਹ ਈਵਨ ਕਿ ਉੱਥੇ ਉਹ ਵੋਲਿਊਮ ਵਧਾ ਦਿੰਦੇ ਹੁੰਦੇ ਜਦੋਂ ਆਵਾਜ਼ ਆਉਂਦੀ ਹੈ ਕਲਿੱਕ ਦੀ। ਕਿਉਂ ਕਰਦੇ ਹੈ? ਕਿਉਂਕਿ ਉਹ ਚਾਹੁੰਦੇ ਅਸੀਂ ਵੀ ਆਡੀਅנס ਨੂੰ ਇੰਗੇਜ ਕਰੀਏ ਉਹ ਮੂਮੈਂਟ ਆਫ ਸਸਪੈਂਸ ਦੇ ਵਿੱਚ। ਠੀਕ ਹੈ, ਓਕੇ, ਲੈਟਸ ਰੀਡ ਦ ਕੁਐਸਚਨਸ ਨਾਓ। ਸੋ ਦੀ ਆਪਸ਼ਨਸ ਆਰ, इट इज़ ऑफ्टन यूज टू गिव द ऑडियंस अ फॉल्स इंप्रैशन। नहीं, फॉल्स ये तो कॉन्ट्राडिक्ट हो गया ना, बल्कि ये तो रियलिस्टिक बनाना चाहते हैं उन्होंने, ये तो ऑप्शन ही कॉन्ट्राडिक्ट हो गया, गलत है। मे बी इंटरप्रेटेड इन डिफरेंट वेज बाय डिफरेंट मैंबर्स ऑफ द ऑडियंस। नहीं, ये बारे कोई गल नहीं आई भी अलग अलग बंदे अलग अलग तरीके ਨਾਲ ਸਮਝਣਗੇ। नो, मे बी मॉडिफाइड इन ऑर्डर टू मैनिपुलेट द ऑडियंस रिस्पॉन्स टू द फिल्म। मतलब ਉਹਨੂੰ ਮੋਡੀਫਾਈ ਕਰਦੇ ਆ ਵੀ ਤਾਂ ਜੋ ਆਡੀਅנס ਦਾ ਰਿਸਪੌਂਸ ਮੂਵੀ ਦੇ ਵਿੱਚ ਆ ਸਕੇ। ਓਕੇ, ਟੈਂਡ ਟੂ ਬੀ ਮੋਰ ਸਿਗਨੀਫਿਕੈਂਟ ਇਨ ਫਿਲਮਸ ਰਿਪਰੈਜ਼ੈਂਟਿੰਗ ਰੀਅਲਿਸਟਿਕ ਸਿਚੁਏਸ਼ਨਸ। ਓਕੇ, ਹੁਣ ਇੱਥੇ ਸੀ ਤੇ ਡੀ ਜਿਹੜੇ ਹੈਗੇ ਦੋ ਆਪਸ਼ਨਸ ਜਿਹੜੇ ਹੈਗੇ ਬੜੇ ਅਪੀਲਿੰਗ ਹੈ। ਓਕੇ, ਲੈਟਸ ਰੀਡ them ਅਗੇਨ। ਸੋ ਸੀ ਆਪਸ਼ਨ ਹੈ ਵੀ ਇਹਨੂੰ ਮੋਡੀਫਾਈ ਕਰ ਸਕਦੇ ਹਾਂ ਤਾਂ ਜੋ ਆਪਾਂ ਮੈਨੀਪੂਲੇਟ ਕਰ ਸਕੀਏ ਆਡੀਅנס ਦੇ ਰਿਸਪੌਂਸ ਨੂੰ। ਓਕੇ, ਮਤਲਬ ਔਰ ਜੋ ਆਪਾਂ ਚਾਹੁੰਦੇ ਆ ਵੀ ਉੱਦਾਂ ਦਾ ਰਿਸਪੌਂਸ ਦੇਵੇ। ਮਤਲਬ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਾਣ ਕੇ ਕਲਿੱਕ ਪਾਈ, ਕਿਉਂ? ਕਿਉਂਕਿ ਆਡੀਅנס ਸਬਕੌਂਸ਼ੀਅਸਲੀ ਵੀ ਉਹਨੂੰ ਨੋਟ ਕਰੇ। ਠੀਕ ਹੈ, ਤੇ ਡੀ ਆਪਸ਼ਨ ਹੈਗਾ ਵੀ ਇਹ ਜ਼ਿਆਦਾ ਸਿਗਨੀਫਿਕੈਂਟ ਹੁੰਦੀ, ਨਹੀਂ ਕੰਪੈਰੀਜ਼ਨ ਤੇ ਕਿਤੇ ਵੀ ਨਹੀਂ ਆਇਆ ਵੀ ਇਹ ਉਹਨਾਂ ਫਿਲਮਸ ਜ਼ਿਆਦਾ ਪ੍ਰੈਜ਼ੈਂਟਿੰਗ ਦੇ ਜਿੱਥੇ ਰੀਅਲਿਸਟਿਕ ਸਿਚੁਏਸ਼ਨਸ ਹੁੰਦੀਆਂ। ਨੋ, ਆਪਸ਼ਨ ਡੀ ਹੈ ਨਹੀਂ। ਸੋ ਇੱਥੇ ਆਪਸ਼ਨ ਏ ਵੀ ਗਲਤ ਹੈ, ਬੀ ਵੀ ਗਲਤ ਹੈ। ਠੀਕ ਹੈ, ਸੋ ਸੀ ਇਜ਼ ਦ ਕਰੈਕਟ ਆਪਸ਼ਨ। ਓਕੇ ਓਕੇ, ਸੋ I hope you understand the way I explained you all the questions. Okay, and I hope I did justice. Okay, so with this we come to end of our video. Okay, and I hope you really enjoyed this, enjoyed watching it and learned something new. Okay, and I hope you will definitely follow my tips and tricks. Okay, and use them in reality, and you'll definitely get your band scores. Okay, stay tuned for the next video, and don't forget to like my video and subscribe to my channel. Okay, thank you for watching. Have a nice day.